ਨਿਸ਼ਾਨ ਸਾਹਿਬ ਨੂੰ ਸਿਰਫ ਇੱਕ ਧਰਮ ਤੱਕ ਸੀਮਿਤ ਕਰ ਦੇਣਾ। ਉਹ ਸਿੰਬੋਲਿਕਲੀ ਆਪਦਾ ਇੱਕ ਦਬਦਬਾ ਦਿਖਾਉਂਦੇ ਹੁੰਦੇ ਆ ਹਨਾ। ਉਹ ਦਬਦਬਾ ਸਾਡਾ ਕਿਸਾਨੀ ਝੰਡੇ 'ਚ ਵੀ ਸੀ, ਸਾਡਾ ਨਿਸ਼ਾਨ ਸਾਹਿਬ 'ਚ ਸੀ। ਆਪਦੇ ਇੱਕ ਐਕਸਪ੍ਰੈਸ਼ਨ ਨੂੰ ਜ਼ਾਹਰ ਕੀਤਾ ਵੀ ਅਸੀਂ ਸੰਘਰਸ਼ ਕਰ ਰਹੇ ਹਾਂ, ਆਪਦੇ ਹੱਕ ਲੈਣ ਨਿਕਲੇ ਆ, ਤੁਸੀਂ ਸੁਧਰ ਜਾਓ। ਨਾ ਕੋਈ ਉੱਥੇ ਤਿਰੰਗੇ ਕੰਨੀ ਗਿਆ, ਨਾ ਤਿਰੰਗੇ ਨੂੰ ਛੇੜਿਆ ਗਿਆ, ਨਾ ਤਿਰੰਗਾ ਸਾਡੀ ਵੀ ਆਨ ਸ਼ਾਨ ਹੈ। ਸਾਨੂੰ ਪਤਾ ਹੈ ਤਿਰੰਗਾ ਕੀ ਚੀਜ਼ ਆ, ਅਸੀਂ ਇਹਦੀ ਕਿਵੇਂ ਬੇਇੱਜ਼ਤੀ ਕਰ ਸਕਦੇ ਹਾਂ। ਅਸੀਂ ਮੂਹਰੇ ਹੋ ਕੇ ਜਾਨਾਂ ਦੇਣ ਦੇ ਆ ਤੇ ਅਸੀਂ ਉਹਦੀ ਬੇਇੱਜ਼ਤੀ ਕਰਾਂਗੇ, ਇਹ ਸਭ ਝੂਠ ਕਹਿੰਦੇ ਆ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਸੈਨੇਟ ਦੀਆਂ ਚੋਣਾਂ ਕਰਵਾਉਣ ਨੂੰ ਲੈ ਕੇ ਲਗਾਤਾਰ ਧਰਨਾ ਪ੍ਰਦਰਸ਼ਨ ਜਾਰੀ ਹੈ, ਪਰ ਅਜੇ ਤੱਕ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲੋਂ ਇਹਨਾਂ ਵਿਦਿਆਰਥੀਆਂ ਦੀਆਂ ਇਹਨਾਂ ਯੂਨੀਅਨਾਂ ਦੀ ਜੋ ਮੰਗਾਂ ਨੇ ਉਸ ਨੂੰ ਪ੍ਰਵਾਨ ਨਹੀਂ ਕੀਤਾ ਗਿਆ। ਤਾਂ ਜਿਸ ਤੋਂ ਬਾਅਦ ਅੱਜ ਆ ਕੇ ਐਡਮਿਨ ਬਲਾਕ ਦੇ ਬਾਹਰ ਜੋ ਹੈ ਇੱਕ ਪੱਕਾ ਧਰਨਾ ਲਗਾ ਦਿੱਤਾ ਗਿਆ ਕਿ ਜਦੋਂ ਤੱਕ ਸਾਨੂੰ ਅੰਦਰੋਂ ਕੋਈ ਹਾਂ ਜਾਂ ਨਾ ਦਾ ਹੁੰਗਾਰਾ ਨਹੀਂ ਮਿਲਦਾ, ਤਰੀਕ ਨਹੀਂ ਦੱਸੀ ਜਾਂਦੀ ਸੈਨੇਟ ਦੀਆਂ ਚੋਣਾਂ ਨੂੰ ਲੈ ਕੇ, ਇਹ ਧਰਨਾ ਇੱਥੇ ਇਸੇ ਤਰ੍ਹਾਂ ਹੀ ਜਾਰੀ ਰਹੇਗਾ। ਇਸ ਧਰਨੇ ਦੇ ਵਿੱਚ ਜਿੱਥੇ ਕਿਸਾਨ ਬੰਦੀਆਂ ਦੇ ਆਗੂ ਪਹੁੰਚੇ, तमाम ਪਾਰਟੀਆਂ ਦੇ ਆਗੂ ਪਹੁੰਚੇ, ਤਾਂ ਦੀਪ ਸਿੱਧੂ ਵੀ ਪਹੁੰਚੇ ਨੇ। ਦੀਪ ਸਿੱਧੂ ਦੇ ਵੱਲੋਂ ਵੀ ਸਾਫ਼ ਤੌਰ ਤੇ ਜਿੱਥੇ ਕਿ ਲੋਕਾਂ ਨੂੰ ਕਿਸਾਨੀ ਅੰਦੋਲਨ ਦੇ ਵਿੱਚ ਪਹੁੰਚਣ ਦੇ ਲਈ ਆਵਾਜ਼ ਬੁਲੰਦ ਕਰਨ ਦੀ ਇੱਕ ਹੌਂਕਾ ਦਿੱਤਾ ਗਿਆ, ਤਾਂ ਦੂਜੇ ਪਾਸੇ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਪੰਜਾਬ ਯੂਨੀਵਰਸਿਟੀ ਦਾ ਹੱਕ ਖੋਹਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤੇ ਇਹ ਹੱਕ ਅਸੀਂ ਇਸ ਤਰ੍ਹਾਂ ਬਚਾ ਸਕਦੇ ਹਾਂ ਜੇਕਰ ਏਕਤਾ ਦੇ ਨਾਲ ਕੰਮ ਲਵਾਂਗੇ। ਹੋਰ ਕੀ ਕੁਝ ਕਹਿਣਾ ਦੀਪ ਸਿੱਧੂ ਦਾ, ਸਭ ਤੋਂ ਪਹਿਲਾਂ ਤੁਹਾਨੂੰ ਉਹ ਸੁਣਾ ਦਿੰਦੇ ਹਾਂ। ਵੱਡੇ ਲੈਵਲ ਤੇ ਤੁਸੀਂ ਦੇਖੋ ਅਵੇਅਰਨੈਸ ਆ ਗਈ ਆ, ਤਾਂ ਲੋਕ ਹੁਣ ਆਪਦੇ ਹੱਕ ਹਕੂਕ ਦੀ ਗੱਲ ਕਰਨਗੇ ਭਾਈ। ਤੇ ਬਾਬਾ ਜੀ ਤੁਸੀਂ ਕੀ ਕਹਿਣਾ ਚਾਹੋਗੇ? ਦੀਪ ਸਿੱਧੂ ਵੀ ਨਾਲ ਖੜੇ ਨੇ, 26 ਨੂੰ ਨਾਲ ਹੀ ਤੁਰੇ ਸੀਗੇ, ਕਿਸ ਤਰ੍ਹਾਂ ਮੈਂ ਤਾਂ ਚੰਡੀਗੜ੍ਹ ਬਿਆਨ ਵੀ ਦਿੱਤਾ ਸੀ ਵੀ ਇਹ ਝੂਠਾ ਇਹਨਾਂ ਦਾ ਕੇਸ ਪਾਇਆ ਗਿਆ। ਮੇਰੇ ਕੋਲ ਵੀਡੀਓ ਹੈਗੀ ਆ ਵੀ ਇਹ ਕੋਈ ਤਿਰੰਗਾ ਨਹੀਂ ਛੇੜਿਆ ਗਿਆ, ਸਭ ਝੂਠ ਕਹਿੰਦੇ ਤਿਰੰਗੇ ਦੀ ਬੇਇੱਜ਼ਤੀ ਕੀਤੀ ਆ। ਨਾ ਸਿੱਧੂ ਜੀ ਨੇ ਆਪਣਾ ਝੰਡਾ ਲਹਿਰਾਇਆ ਤੇ ਥੋੜਾ ਜਿਹਾ ਜਕਾਰੇ ਲਾਏ ਆ ਤੇ ਕੋਈ ਨਾ ਕੋਈ ਉੱਥੇ ਤਿਰੰਗੇ ਕੰਨੀ ਗਿਆ, ਨਾ ਤਿਰੰਗੇ ਨੂੰ ਛੇੜਿਆ ਗਿਆ, ਨਾ ਤਿਰੰਗਾ ਸਾਡੀ ਵੀ ਆਨ ਸ਼ਾਨ ਹੈ। ਸਾਡੇ ਸ਼ਹੀਦ ਭਰਾ ਉਹਨਾਂ 'ਚ ਲਿਪਟ ਕੇ ਆਉਂਦੇ ਆ। ਸਾਨੂੰ ਆਪਣੇ ਇਸ ਤਿਰੰਗੇ ਤੇ ਮਾਣ ਹੈ। ਸਾਨੂੰ ਪਤਾ ਹੈ ਤਿਰੰਗਾ ਕੀ ਚੀਜ਼ ਆ, ਅਸੀਂ ਇਹਦੀ ਕਿਵੇਂ ਬੇਇੱਜ਼ਤੀ ਕਰ ਸਕਦੇ ਹਾਂ। ਅਸੀਂ ਮੂਹਰੇ ਹੋ ਕੇ ਜਾਨਾਂ ਦੇਣ ਦੇ ਆ ਤੇ ਅਸੀਂ ਉਹਦੀ ਬੇਇੱਜ਼ਤੀ ਕਰਾਂਗੇ, ਇਹ ਸਭ ਝੂਠ ਕਹਿੰਦੇ ਆ। ਇਹ ਆਰਐਸਐਸ ਦੇ ਬੰਦੇ ਸਭ ਪੁੱਠੀਆਂ ਗੱਲਾਂ ਕਰਦੇ ਆ। ਆਰਐਸਐਸ ਦੇ ਬਜ਼ੁਰਗ ਵੀ ਸਾਡੇ ਨਾਲ ਅਪਮਾਨ ਕੀਤਾ ਸੀਗਾ। ਜਿਹੜੀ ਤਸਵੀਰ ਬਾਹਰ ਆਈ ਸੀ ਕਿ ਜਦੋਂ ਸ਼ਰਧਾਂਜਲੀ ਭੇਟ ਕਰਨੀ ਸੀ ਤਾਂ ਬੀਜੇਪੀ ਦਾ ਝੰਡਾ ਤਿਰੰਗੇ ਦੇ ਉੱਤੇ ਰੱਖਿਆ ਗਿਆ ਸੀ, ਉਹਨਾਂ ਨੂੰ ਹੁਣ ਕੀ ਜਵਾਬ ਦਵੋਗੇ? ਨਹੀਂ ਜੀ, ਦੇਖੋ ਗੱਲ ਇਹ ਹੈ ਨਾ, ਨਿਸ਼ਾਨ ਸਾਹਿਬ ਨੂੰ ਸਿਰਫ ਇੱਕ ਧਰਮ ਤੱਕ ਸੀਮਿਤ ਕਰ ਦੇਣਾ। ਨਿਸ਼ਾਨ ਸਾਹਿਬ ਦੀ ਆਜ਼ਮਤ ਨੂੰ, ਨਿਸ਼ਾਨ ਸਾਹਿਬ ਦੀ ਹੋਂਦ ਨੂੰ, ਜਿਹੜਾ ਪਿਛਲੇ 550 ਸਾਲ ਤੋਂ ਮਨੁੱਖਾਂ ਅਧਿਕਾਰਾਂ ਦੀ ਰੱਖਿਆ ਕਰ ਰਿਹਾ। ਗੁਰੂ ਸਾਹਿਬ ਕਦੇ ਆਪਦੇ ਲਈ ਤਾਂ ਕੁਝ ਉਹਨਾਂ ਨੇ ਸ਼ਹਾਦਤਾਂ ਨਹੀਂ ਦਿੱਤੀਆਂ, ਆਪਦੇ ਲਈ ਸਾਡੇ ਸਿੰਘਾਂ ਸ਼ਹੀਦਾਂ ਨੇ ਸ਼ਹਾਦਤਾਂ ਨਹੀਂ ਦਿੱਤੀਆਂ ਹਨਾ। ਹਮੇਸ਼ਾ ਮਨੁੱਖਾਂ ਅਧਿਕਾਰਾਂ ਲਈ ਸ਼ਹਾਦਤਾਂ ਦਿੱਤੀਆਂ। ਅਸਾਂ ਉਹਨਾਂ ਰਹਿਬਰਾਂ ਨੂੰ, ਉਹਨਾਂ ਪੈਗੰਬਰਾਂ ਨੂੰ, ਉਹਨਾਂ ਦੇ ਚਿੰਨ੍ਹਾਂ ਨੂੰ ਤੁਸੀਂ ਇਸ ਤਰ੍ਹਾਂ ਪ੍ਰੈਜ਼ੈਂਟ ਕਰ ਦੇਣਾ ਵੀ ਇਹ ਕਿਸੇ ਫਿਰਕਾ ਪ੍ਰਸਤੀ ਲੋਕ ਆ ਹਨਾ। ਇਹ ਕਿੱਡੀ ਮਾੜੀ ਗੱਲ ਆ। ਪਹਿਲਾਂ ਤਾਂ ਇਹ ਸਾਡੇ ਹੁਕਮਰਾਨਾਂ ਵਾਸਤੇ ਕਿੱਡੀ ਮਾੜੀ ਗੱਲ ਆ। ਫਿਰ ਲੋਕਾਂ ਨੂੰ ਇਸ ਗੱਲ ਦੀ ਸਮਝ ਨਹੀਂ ਵੀ ਜਦੋਂ ਸੰਘਰਸ਼ੀ ਜਿਹੜੇ ਬੰਦੇ ਹੁੰਦੇ ਆ ਨਾ, ਉਹ ਸਿੰਬੋਲਿਕਲੀ ਆਪਦਾ ਇੱਕ ਦਬਦਬਾ ਦਿਖਾਉਂਦੇ ਹੁੰਦੇ ਆ ਹਨਾ। ਉਹ ਦਬਦਬਾ ਸਾਡਾ ਕਿਸਾਨੀ ਝੰਡੇ 'ਚ ਵੀ ਸੀ, ਸਾਡਾ ਨਿਸ਼ਾਨ ਸਾਹਿਬ 'ਚ ਸੀ। ਉਹੀ ਦਬਦਬਾ ਸੀ ਉੱਥੇ ਜਾ ਕੇ ਆਪਦਾ ਇੱਕ ਹੋਂਦ ਦਾ ਪ੍ਰਗਟਾਵਾ ਕੀਤਾ, ਆਪਦੇ ਇੱਕ ਐਕਸਪ੍ਰੈਸ਼ਨ ਨੂੰ ਜ਼ਾਹਰ ਕੀਤਾ ਵੀ ਅਸੀਂ ਸੰਘਰਸ਼ ਕਰ ਰਹੇ ਹਾਂ, ਆਪਦੇ ਹੱਕ ਲੈਣ ਨਿਕਲੇ ਆ, ਤੁਸੀਂ ਸੁਧਰ ਜਾਓ। ਉਸ ਗੱਲ ਤੇ ਪਹਿਰਾ ਦੇਣਾ ਬਣਦਾ ਸੀ, ਬਸ ਗੱਲ ਇੱਥੇ ਹੀ ਆ। ਹੁਣ ਰੇਲਵੇਜ਼ ਜਿਹੜੇ ਨੇ ਉਹ ਵੀ ਵੇਚੇ ਜਾ ਰਹੇ ਨੇ, ਟਰੈਕ ਵੇਚੇ ਜਾ ਰਹੇ ਨੇ। ਅੱਜ ਪੰਜਾਬ ਯੂਨੀਵਰਸਿਟੀ ਦਾ ਹਾਲਾਤ ਕੀ ਉਹ ਵੀ ਦੇਖ ਰਹੇ ਹੋ, ਕਿਵੇਂ ਦੇਖਦੇ ਹੋ ਕਿ ਪੂਰਾ ਪ੍ਰੀ ਪਲਾਨ ਚੱਲ ਰਹੀ ਹੈ ਸਾਰੀ, ਜਿਵੇਂ ਤੁਸੀਂ ਹੁਣੇ ਬੋਲ ਕੇ ਵੀ ਹਟਿਓ ਵੀ ਸਾਰੀ ਪਾਵਰ ਜਿਹੜੀ ਆ? ਹਾਂਜੀ, ਇਹ ਪੋਲੀਟੀਕਲ ਡਿਜ਼ਾਈਨ ਹੈ ਜੀ ਉਹਨਾਂ ਦਾ। ਇਹ ਇੰਡੀਅਨ ਸਟੇਟ ਦਾ ਪੋਲੀਟੀਕਲ ਡਿਜ਼ਾਈਨ ਆ। ਜਿਹੜੀਆਂ ਪਾਰਟੀਆਂ ਸੈਂਟਰ 'ਚ ਆਉਂਦੀਆਂ ਉਹਨਾਂ ਦਾ ਪੋਲੀਟੀਕਲ ਡਿਜ਼ਾਈਨ ਆ। ਪਾਵਰ ਨੂੰ ਸੈਂਟਰਲਾਈਜ਼ ਕਰਨਾ, ਤੁਹਾਡੇ ਤੋਂ ਹਰ ਤਰ੍ਹਾਂ ਦੀ ਪਾਵਰ ਨੂੰ ਲੈ ਕੇ ਆਪਦੇ ਕੋਲੇ ਰੱਖ ਲੈਣੀ ਤੇ ਆਪਦੇ ਹਿਸਾਬ ਨਾਲ ਫਿਰ ਨੇਸ਼ਨ ਨੂੰ ਆਪਰੇਟ ਕਰਨਾ। ਇੱਥੋਂ ਦੇ ਲੋਕਾਂ ਦੀ ਜਿਹੜੀ ਹਰ ਤਰ੍ਹਾਂ ਦੀ ਸੱਭਿਅਤਾ ਨੂੰ ਮਿਟਾ ਕੇ ਆਪਦੀ ਇੱਕ ਸੱਭਿਅਤਾ ਕ੍ਰੀਏਟ ਕਰਨੀ, ਜਿਹੜੀ ਕਿ ਤੁਹਾਡੇ ਡਿਜ਼ਾਈਨ 'ਚੋਂ ਨਿਕਲੀ ਹੋਈ ਗੱਲ ਆ ਹੈ ਨਾ। ਤੇ ਉਹਨਾਂ ਦੀ ਵਿਆਪਕਤਾ ਨੂੰ, ਉਹਨਾਂ ਦੀ ਡਾਇਵਰਸਿਟੀ ਨੂੰ, ਸਦੀਆਂ ਤੋਂ ਆ ਰਹੀਆਂ ਉਹਨਾਂ ਦੀਆਂ ਪਰੰਪਰਾਵਾਂ ਨੂੰ ਹੈ ਨਾ, ਇੱਕ ਕਲਚਰਲ ਐਗਜ਼ਿਸਟੈਂਸ ਨੂੰ, ਉਹਨੂੰ ਖਤਮ ਕਰ ਦੇਣਾ। ਠੀਕ ਹੈ ਜੀ। 9 ਮਹੀਨੇ ਹੋ ਗਏ, ਕੀ ਕਹਿਣਾ ਚਾਹੋਗੇ? ਦੇਖੋ ਜੀ, ਇਹ ਤਾਂ ਆਏ ਆ ਵੀ ਸਾਡੇ ਜਿਹੜੇ ਕਿਸਾਨ ਆ ਉਹ ਦ੍ਰਿੜਾ ਤੇ ਬੜੇ ਉਹ ਜਿਹੜੇ ਜਜ਼ਬੇ ਨਾਲ ਤੇ ਹਿੰਮਤ ਨਾਲ ਲੱਗੇ ਹੋਏ ਆ, ਡਟੇ ਹੋਏ ਆ। ਉਹ ਨਹੀਂ ਮੁੜਦੇ ਜਦੋਂ ਤੱਕ ਗੱਲ ਨਹੀਂ ਬਣਦੀ। ਇਸ ਗੱਲ ਤੇ ਨਹੀਂ ਆਉਂਦੇ ਵੀ ਕਾਨੂੰਨ ਰੱਦ ਕਰੋ। ਕਦੇ ਕਿਸੇ ਗਰਾਊਂਡਾਂ 'ਚ, ਕਦੇ ਕਿੱਧਰ ਨੂੰ ਹੋ ਜਾਂਦੇ ਆ। ਸੋ ਇਹਦੇ ਪਿੱਛੇ ਹੋ ਕੀ ਰਿਹਾ, ਪਹਿਲਾਂ ਇਸ ਗੱਲ ਨੂੰ ਸਮਝਣਾ ਬਹੁਤ ਜ਼ਰੂਰੀ ਹੈ, ਕਿਉਂਕਿ ਜਦੋਂ ਤੱਕ ਅਸੀਂ ਸਮਝਾਂਗੇ ਨਹੀਂ ਨਾ ਇਸ ਗੱਲ ਨੂੰ, ਇਹ ਪ੍ਰੋਬਲਮ ਦੀ ਜੜ ਕਿੱਥੇ ਆ,
ਕਿਸੇ ਪੋਲੀਟੀਕਲ ਡਿਜ਼ਾਈਨ 'ਚੋਂ ਪੈਦਾ ਕੀਤੀ ਹੋਈ ਪ੍ਰੋਬਲਮ ਆ ਜਿਹੜੀ, ਉਹਦੀ ਜੜ ਕਿੱਥੇ ਆ? ਉਦੋਂ ਤੱਕ ਅਸੀਂ ਜਿਹੜੀਆਂ ਲੜਾਈਆਂ ਲੜੀ ਜਾਵਾਂਗੇ ਜਾਂ ਜਿੰਨੇ ਫਰੰਟ ਅਸੀਂ ਪੁੱਟ ਅਪ ਕਰੀ ਜਾਵਾਂਗੇ ਉਹ ਬੜੇ ਇਫੈਕਟਿਵ ਨਹੀਂ ਹੋਣਗੇ। ਜੇ ਇਫੈਕਟਿਵ ਲੜਾਈ ਲੜਨੀ ਆ ਤਾਂ ਸਾਨੂੰ ਸਮਝਣੀ ਪਊ ਇਹਦੀ ਰੂਟ ਕਾਜ਼ ਕੀ ਆ ਇਹਨਾਂ ਪ੍ਰੋਬਲਮਸ ਦਾ। ਜਿਹੜੇ ਬਿਮਾਰੀਆਂ ਪੈਦਾ ਹੋ ਰਹੀਆਂ, ਇਹਦੇ ਲੱਛਣ ਪੈਦਾ ਹੋ ਰਹੇ ਆ ਬਿਮਾਰੀ ਦੇ, ਇਹਦਾ ਰੂਟ ਕਾਜ਼ ਕਿੱਥੇ ਆ? ਜਿਹੜਾ ਪੋਲੀਟੀਕਲ ਡਿਜ਼ਾਈਨ ਹੈ ਸੈਂਟਰ ਗਵਰਨਮੈਂਟ ਨੇ ਪਹਿਲਾਂ ਇਹੀ ਕੰਮ ਕਾਂਗਰਸ ਕਰਦੀ ਰਹੀ ਆ, ਅੱਜ ਉਹੀ ਮੋਦੀ ਸਰਕਾਰ ਕਰ ਰਹੀ ਹੈ, ਕੋਈ ਫਰਕ ਨਹੀਂ ਹੈ। ਪਰ ਇਹਨਾਂ ਨੇ ਤਾਂ ਉਹ ਨੋਮਨਕਲੇਚਰ ਕੁਛ ਹੁੰਦਾ ਸੀ ਇੱਕ ਸਟੇਟ ਦਾ, ਉਹ ਤੋੜਤਾ। ਇਹ ਤਾਂ ਇੰਨੇ ਨਿਰਦਈ ਤੇ ਜ਼ਾਲਮ ਹੈ ਕਿਸੇ ਹੱਦ ਤੱਕ ਵੀ ਜਾ ਸਕਦੇ। ਸੋ ਕਰ ਕੀ ਰਹੇ ਆ ਇਹ? ਪਾਵਰ ਨੂੰ ਸੈਂਟਰਲਾਈਜ਼ ਕਰ ਰਹੇ। ਯੂਨੀਵਰਸਿਟੀ 'ਚ ਇੱਕ ਇਹੋ ਜਿਹਾ ਇੰਸਟੀਟਿਊਸ਼ਨ ਆ, ਇਹ ਇਕੱਲੀ ਯੂਨੀਵਰਸਿਟੀ ਆਪਣੀ ਪੰਜਾਬ ਯੂਨੀਵਰਸਿਟੀ ਦੀ ਗੱਲ ਨਹੀਂ ਆ, ਹੋਰ ਅਦਾਰਿਆਂ ਨੂੰ ਲੈ ਲਓ ਤੁਸੀਂ। ਹਰ ਅਦਾਰਾ ਅੱਜ ਸੈਂਟਰ ਗਵਰਨਮੈਂਟ ਦੇ ਅਧੀਨ ਆ, ਸੈਂਟਰ ਗਵਰਨਮੈਂਟ ਦੀ ਸਰਪ੍ਰਸਤੀ 'ਚ, ਉਹਨਾਂ ਦੀ ਦੇਖ ਰੇਖ 'ਚ ਅਦਾਰੇ ਚੱਲਦੇ ਆ। ਆਪਦਾ ਨੈਰੇਟਿਵ ਉੱਥੋਂ ਉਹ ਥਰੋ ਕਰਦੇ ਆ, ਆਪਦੇ ਹਿਸਾਬ ਨਾਲ ਆਪਦਾ ਇੱਕ ਸੱਭਿਆਚਾਰ ਘੜਦੇ ਆ ਤੇ ਤੁਹਾਡੀ ਇੱਕ ਸੱਭਿਆਚਾਰਕ ਹੋਂਦ ਲਈ ਥ੍ਰੈਟ ਪੈਦਾ ਕਰਦੇ ਆ। ਦੇਖੋ ਜੇ ਆਪਾਂ ਪੰਜਾਬ ਯੂਨੀਵਰਸਿਟੀ ਦੀ ਗੱਲ ਕਰਦੇ ਆ ਨਾ, ਤਾਂ ਪੰਜਾਬ ਯੂਨੀਵਰਸਿਟੀ ਦੀ ਜਿਹੜੀ ਹੋਂਦ ਆ ਉਹ ਸਾਡੀ ਸੱਭਿਆਚਾਰਕ ਹੋਂਦ ਨਾਲ ਜੁੜੀ ਹੋਈ ਹੈ, ਇਹ ਤੋਂ ਤਾਂ ਵੱਖ ਨਹੀਂ ਹੋਇਆ ਜਾ ਸਕਦਾ। ਸੋ ਸਾਡੀ ਸੱਭਿਆਚਾਰਕ, ਅਸੀਂ ਜਦੋਂ ਕਿਸਾਨੀ ਸੰਘਰਸ਼ 'ਚ ਵੀ ਇੱਕ ਆਈਡੀਆ, ਇੱਕ ਗੱਲ ਲੈ ਕੇ ਆਏ ਸੀ ਵੀ ਸਾਡੀ ਹੋਂਦ ਦੀ ਲੜਾਈ ਹੈ। ਵੀ ਆਰ ਲਿਟਰਲੀ ਫਾਈਟਿੰਗ ਅਵਰ ਐਗਜ਼ਿਸਟੈਂਸ਼ੀਅਲ ਕ੍ਰਾਈਸਿਸ। ਅਸੀਂ ਕਲਚਰਲੀ, ਅਸੀਂ ਪੋਲੀਟੀਕਲੀ, ਅਸੀਂ ਸੋਸ਼ਲੀ, ਅਸੀਂ ਰਿਲੀਜੀਅਸਲੀ ਵੀ ਇੱਕ ਥ੍ਰੈਟ ਜਿਹੜਾ ਹੁੰਦਾ ਨਾ ਉਹ ਮਹਿਸੂਸ ਕਰ ਰਹੇ ਆ ਹਰ ਖਿੱਤੇ 'ਚ। ਅੱਜ ਕਿਸਾਨਾਂ ਦੇ ਉੱਤੇ ਉਹਨਾਂ ਨੇ ਆਪਦਾ ਗਲਬਾ ਪਾਉਣ ਵਾਸਤੇ, ਆਪਦਾ ਕੰਟਰੋਲ ਸਾਬਤ ਕਰਨ ਵਾਸਤੇ ਉੱਥੇ ਵੀ ਕਾਨੂੰਨ ਘੜਤੇ। ਜਿਹੜਾ ਕਿਤੇ ਸਟੇਟ ਸਬਜੈਕਟ ਹੁੰਦਾ ਸੀ ਉਹਨੂੰ ਅੱਜ ਸੈਂਟਰ ਸਰਕਾਰ ਇਹ ਕਹਿ ਰਹੀ ਆ ਵੀ ਇਹ ਸਟੇਟ ਸਬਜੈਕਟ ਹੀ ਨਹੀਂ ਆ। ਕਿ ਕਿਉਂ? ਅਸੀਂ ਟ੍ਰੇਡ ਐਂਡ ਕਾਮਰਸ 'ਚ ਰੂਲ ਬਣਾਏ ਹੋਏ ਆ, ਇਹ ਲਾਅ ਬਣਾਏ ਹੋਏ। ਸੋ ਕਿਸੇ ਵੀ ਹੱਦ ਤੱਕ ਜਾ ਕੇ ਕੁਛ ਵੀ ਤੁਹਾਨੂੰ ਜਸਟੀਫਿਕੇਸ਼ਨ ਦੇ ਸਕਦੇ ਆ ਤੇ ਤੁਹਾਡੀ ਸੱਭਿਆਚਾਰਕ ਹੋਂਦ ਨੂੰ ਤੁਹਾਡੇ ਇੰਸਟੀਟਿਊਸ਼ਨਸ ਰਾਹੀਂ ਇੱਥੇ ਵੀ ਸੱਭਿਆਚਾਰਕ ਹੋਂਦ ਹੀ ਵਸਦੀ ਆ, ਉਹਨਾਂ ਨੇ ਉਹਨੂੰ ਹੀ ਖਤਮ ਕਰਨਾ। ਅਟੈਕ ਉੱਥੇ ਆ, ਅਟੈਕ ਤੁਹਾਡੀ ਡਾਈਵਰਸਿਟੀ ਤੇ ਆ, ਅਟੈਕ ਤੁਹਾਡੀ ਵਿਆਪਕਤਾ ਤੇ ਆ, ਅਟੈਕ ਤੁਹਾਡੇ ਫਲਸਫਿਆਂ ਤੇ, ਤੁਹਾਡੇ ਸਿਧਾਂਤਾਂ ਤੇ ਆ। ਚਾਹੇ ਉਹ ਕਿਸਾਨੀ 'ਚ ਹੋਣ, ਚਾਹੇ ਉਹ ਯੂਨੀਵਰਸਿਟੀਆਂ 'ਚ ਹੋਣ, ਚਾਹੇ ਉਹ ਸਮਾਜ 'ਚ ਹੋਣ, ਚਾਹੇ ਉਹ ਰਾਜਨੀਤੀ 'ਚ ਹੋਣ। ਸੋ ਜਦੋਂ ਤੱਕ ਇਹ ਪੋਲੀਟੀਕਲ ਡਿਜ਼ਾਈਨ 'ਚੋਂ ਪੈਦਾ ਕੀਤੀ ਹੋਈ ਪ੍ਰੋਬਲਮ ਆ, ਇਹਦਾ ਜੇ ਪੱਕਾ ਪਰਪੱਕ ਹੱਲ ਲੈਣਾ ਤੇ ਤੁਹਾਨੂੰ ਉੱਥੋਂ ਤੱਕ ਸੋਚਣਾ ਪੈਣਾ ਵੀ ਜਦੋਂ ਤੱਕ ਪੰਜਾਬ ਨੂੰ ਜਾਂ ਹੋਰ ਸੂਬਿਆਂ ਨੂੰ ਉਹਨਾਂ ਦੇ ਅਧਿਕਾਰ ਨਹੀਂ ਮਿਲਣਗੇ, ਤੁਸੀਂ ਆਪਦੀ ਕਿਸਮਤ ਹੀ ਨਹੀਂ ਘੜ ਸਕਦੇ। ਲਾਈ ਜਾਈਏ ਧਰਨੇ ਅਸੀਂ। ਸੋ ਅੱਜ ਇਹ ਇੱਕ ਸਾਡੀ ਸੈਨੇਟ ਦੇ ਇਲੈਕਸ਼ਨਾਂ ਦੀ ਲੜਾਈ ਆ, ਇਹੀ ਮੁੱਦਾ ਅਸੀਂ ਇਹਦੇ ਤੇ ਹੀ ਕੇਂਦਰਿਤ ਆ। ਇਸ ਲੜਾਈ ਨੂੰ ਜਿੱਤ ਕੇ ਇਸ ਛੋਟੀ ਜਿੱਤ ਤੋਂ ਵੱਡੀ ਜਿੱਤ ਵੱਲ ਸਾਨੂੰ ਵਧਣਾ ਪਊਗਾ ਜੇ ਅਸੀਂ ਪਰਮਾਨੈਂਟ ਸੋਲੂਸ਼ਨ ਲੱਭਣਾ ਤਾਂ। ਸੋ ਇੱਕ ਗੱਲ ਸਮਝ ਲਈਏ ਅਸੀਂ, ਹਾਂਜੀ ਬਾਈ ਜੀ ਲਾਸਟ, ਜਦ ਇਹ ਪੋਲੀਟੀਕਲ ਡਿਜ਼ਾਈਨ 'ਚੋਂ ਪੈਦਾ ਕੀਤੀ ਹੋਈ ਇੱਕ ਇੰਡੀਅਨ ਸਟੇਟ, ਦੇਖੋ ਬੀਜੇਪੀ ਦੇ ਪਿੱਛੇ ਵੀ ਇੱਕ ਸੋਚ ਕੰਮ ਕਰਦੀ ਹੈ, ਇੱਕ ਵਿਚਾਰਧਾਰਾ ਕੰਮ ਕਰਦੀ ਆ, ਉਹ ਹੈ ਇੰਡੀਅਨ ਸਟੇਟ। ਇਹ ਇੰਡੀਅਨ ਸਟੇਟ ਦੇ ਪੋਲੀਟੀਕਲ ਡਿਜ਼ਾਈਨ 'ਚੋਂ ਨਿਕਲੀ ਹੋਈ ਪ੍ਰੋਬਲਮ ਆ। ਜਦੋਂ ਤੱਕ ਅਸੀਂ ਉਸ ਪ੍ਰੋਬਲਮ ਨੂੰ ਆਈਡੈਂਟੀਫਾਈ ਨਹੀਂ ਕਰਾਂਗੇ ਉਦੋਂ ਤੱਕ ਅਸੀਂ ਬੜੀ ਇਫੈਕਟਿਵਲੀ ਕੋਈ ਲੜਾਈ ਜਾਂ ਕੋਈ ਫਾਈਟ ਪੁੱਟ ਅਪ ਨਹੀਂ ਕਰ ਸਕਦੇ। ਸੋ ਇੰਨੀਆਂ ਕੁ ਗੱਲਾਂ ਆਪਾਂ ਕਰਨੀਆਂ ਸੀ ਕਿਉਂਕਿ ਸੰਖੇਪ 'ਚ ਬਾਹਲੀਆਂ ਗੱਲਾਂ ਨਹੀਂ ਹੋ ਸਕਦੀਆਂ। ਬਾਕੀ ਏਕੇ 'ਚ ਰਹਿ ਕੇ ਲੜਾਈ ਲੜੀ ਜਾਵੇ, ਕਿਸਾਨੀ ਸੰਘਰਸ਼ ਵੀ ਏਕੇ 'ਚ ਰਹਿ ਕੇ ਲੜਿਆ ਜਾਵੇ, ਹਨਾ। ਹਜੇ ਤੱਕ ਸਾਡੇ ਲੀਡਰਸ਼ਿਪ ਨੇ ਬੜਾ, ਦੇਖੋ ਸਾਡੇ ਵਿਚਾਰਕ ਮਤਭੇਦ ਜ਼ਰੂਰ ਰਹੇ ਆ, ਪਰ ਉਹਨਾਂ ਨੂੰ ਇਸ ਗੱਲ ਦਾ ਸਿਹਰਾ ਜਾਂਦਾ ਵੀ ਉਹਨਾਂ ਨੇ ਸਾਲ ਹੋ ਗਿਆ ਬੜੇ ਸਿਦਕ ਨਾਲ ਤੇ ਸਿਰੜ ਨਾਲ ਉਹ ਕਿਸਾਨੀ ਸੰਘਰਸ਼ ਲੜਿਆ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਇਸੇ ਤਰ੍ਹਾਂ ਸਾਨੂੰ ਇਸ ਯੂਨੀਵਰਸਿਟੀ ਤੇ ਸਾਡੀ ਦਾਅਵੇਦਾਰੀ ਸਿਰਫ ਸੈਨੇਟ ਤੱਕ ਨਹੀਂ ਆ, ਸਾਡੀ ਦਾਅਵੇਦਾਰੀ ਵੀਸੀ ਤੱਕ ਵੀ ਆ, ਸਾਡੀਆਂ ਐਜੂਕੇਸ਼ਨ ਪਾਲਿਸੀਜ਼ ਤੱਕ ਵੀ ਆ, ਯੂਨੀਵਰਸਿਟੀ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਆ ਉੱਥੋਂ ਤੱਕ ਵੀ ਆ। ਪੰਜਾਬ ਦੀ ਦਾਅਵੇਦਾਰੀ ਤੁਸੀਂ ਕਿੱਥੋਂ ਇੱਥੋਂ ਸਾਡੇ ਤੋਂ ਖੋ ਕੇ ਲੈ ਜਾਓਗੇ ਯਾਰ। ਸੋ ਤੁਸੀਂ ਕੱਲੀ ਇਹ ਨਾ ਫਿਕਰ ਕਰੋ ਵੀ ਇੱਥੇ ਕੱਲੀ ਸੈਨੇਟ ਦੀ ਲੜਾਈ ਲੜ ਰਹੀ ਆ, ਲੜਾਈ ਗਾਂ ਤੱਕ ਲੜੀ ਜਾਊਗੀ। ਹੁਣ ਇੱਕ ਬਾਈ ਨੇ ਕਿਹਾ ਫੈਸਲਾ ਹੁਣੇ ਲੈ ਕੇ ਜਾਓ, ਬਾਈ ਜੀ ਗੱਲਾਂ ਤਾਂ ਹੀ ਹੁੰਦੀਆਂ ਫਿਰ ਇੱਥੇ ਖੜੇ ਆ, ਅੱਜ ਇਹਨਾਂ ਤੋਂ ਜਵਾਬ ਲੈ ਕੇ ਜਾਓ, ਨਹੀਂ ਹਿਲਦੇ। ਸੋ ਇੱਥੇ ਤੇ ਆ ਕੇ ਆਨੇ ਵਾਲੀ ਥਾਂ ਤੇ ਬਾਬੇ ਦੀਪ ਸਿੰਘ ਵਾਲੀ ਲਾਈਨ ਖਿੱਚਣੀ ਪਊਗੀ। ਉਹ ਲਾਈਨ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ, ਲੜਾਈਆਂ ਜਜ਼ਬੇ ਚੋਂ ਪੈਦਾ ਕੀਤੀਆਂ ਜਾਂਦੀਆਂ, ਜਜ਼ਬੇ ਤੋਂ ਲੜੀਆਂ ਜਾਂਦੀਆਂ। ਇਹਦਾ ਮਤਲਬ ਅਸੀਂ ਆਪਣੇ ਸਬਕੌਂਸ਼ੀਅਸ ਚੋਂ ਲੜਾਈ ਲੜਦੇ ਹਾਂ
ਤੇ ਉਹਦਾ ਹੱਲ ਵੀ ਸਾਡੀ ਸਬਕੌਂਸ਼ੀਅਸ 'ਚ ਪਿਆ। ਜੇ ਚੇਤਨ ਮਨ 'ਚੋਂ ਜਾਂ ਅਸੀਂ ਕੌਂਸ਼ੀਅਸ ਮਾਈਂਡ 'ਚ ਉਹਦਾ ਹੱਲ ਲੱਭਾਂਗੇ, ਨਹੀਂ ਲੱਭਣਾ। ਸੋ ਜਜ਼ਬੇ ਦੇ ਆਧਾਰ ਤੇ ਲੜਾਈ ਲੜੀ ਜਾ ਰਹੀ ਆ। ਅਸੀਂ ਇਸ਼ੂ ਆਇਡੈਂਟੀਫਾਈ ਵੀ ਉੱਥੋਂ ਕੀਤਾ। ਬਾਕੀ ਬਿੱਲੇ ਬਾਈ ਨੂੰ, ਬਾਈ ਤੁਹਾਨੂੰ ਸਿਹਰਾ ਜਾਂਦਾ ਇਸ ਗੱਲ ਦਾ ਵੀ ਤੁਸੀਂ ਪਿਛਲੇ 13 ਕੁ ਦਿਨਾਂ ਤੋਂ ਇੱਥੇ ਬੈਠੇ ਆ। ਹਾਂਜੀ, ਸੋ ਇਸ ਇਸ਼ੂ ਨੂੰ ਆਇਡੈਂਟੀਫਾਈ ਕੀਤਾ ਤੇ ਤੁਸੀਂ ਸੰਘਰਸ਼ੀ ਤੇ ਆਪਦਾ ਜਿਹੜਾ ਅੰਦਰ ਜਜ਼ਬਾ ਉਹ ਇਹਦੇ 'ਚ ਬੜਾ ਦਿਖਦਾ ਸਾਨੂੰ। ਥੈਂਕ ਯੂ ਸੋ ਮਚ। ਜਿਉਂਦੇ ਵਾਸਤੇ ਰਹੋ। ਗੋਡ ਬਲੈਸ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਦੀਪ ਸਿੱਧੂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਤਾਂ ਲਗਾਤਾਰ ਸਾਡੇ ਹੱਕ ਖੋਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਅਸੀਂ ਆਪਣੇ ਹੱਕ ਖੋਣ ਨਹੀਂ ਦੇਣੇ। ਜੋ ਸਾਡਾ ਹੱਕ ਹੈ ਅਸੀਂ ਉਹ ਲੈ ਕੇ ਹੀ ਰਹਾਂਗੇ। ਇਸ ਦੇ ਲਈ ਸਾਨੂੰ ਜੋ ਮਰਜ਼ੀ ਕਰਨਾ ਪਵੇ। ਸਾਨੂੰ ਉਹਨਾਂ ਕਿਸਾਨਾਂ ਵੱਲ ਦੇਖਣ ਦੇ ਬੜਾ ਸੋਚਣ ਦੀ ਲੋੜ ਹੈ ਕਿ ਜਿਹੜੇ ਪਿਛਲੇ ਤਕਰੀਬਨ 9 ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਹੋਏ ਨੇ, ਸ਼ਾਂਤੀਪੂਰਵਕ ਬੈਠੇ ਹੋਏ ਨੇ। ਅਜਿਹੇ ਦੇ ਵਿੱਚ ਸਾਨੂੰ ਅੱਜ ਵੀ ਇੱਥੇ ਸ਼ਾਂਤੀਪੂਰਵਕ ਢੰਗ ਦੇ ਨਾਲ ਬੈਠ ਕੇ ਪ੍ਰਦਰਸ਼ਨ ਕਰਨਾ ਪਵੇਗਾ ਤੇ ਜਦੋਂ ਤੱਕ ਇਹ ਤਰੀਕ ਦਾ ਐਲਾਨ ਨਹੀਂ ਕੀਤਾ ਜਾਂਦਾ ਅਸੀਂ ਇਸੇ ਤਰ੍ਹਾਂ ਹੀ ਆਪਣੇ ਹੱਕਾਂ ਦੇ ਲਈ ਡਟੇ ਰਵਾਂਗੇ। ਤਾਂ ਵੇਖਦੇ ਹਾਂ ਕਿ ਹੁਣ ਉਹ ਤਰੀਕ ਦਾ ਐਲਾਨ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲੋਂ ਕੀਤਾ ਜਾਂਦਾ ਹੈ ਜਾਂ ਫਿਰ ਨਹੀਂ। ਕੈਮਰਾਮੈਨ ਵੇਦਰਾਮ ਸੈਣੀ ਦੇ ਨਾਲ ਚੰਡੀਗੜ੍ਹ ਤੋਂ ਨਵਦੀਪ ਕੌਰ ਦੀ ਰਿਪੋਰਟ, ਹਮਦਰਦ ਟੀਵੀ।